ਤਾਂ ਸਵਾਗਤ ਹੈ ਤੁਹਾਡਾ ਇਸ ਚੈਨਲ ਵਿੱਚ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਕਰਿਓ ਜੇ ਪਸੰਦ ਆਵੇ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗ ਸਕੇ ਇਸ ਵੀਡੀਓ ਚੈਨਲ ਬਾਰੇ। ਪ੍ਰਸ਼ਨ ਪਹਿਲਾ ਹੈਗਾ ਰਾਸ ਲੀਲਾ ਦਾ। ਰਾਸ ਲੀਲਾ ਆਪਣਾ ਅੱਜ ਟੋਪਿਕ ਹੈ। ਰਾਸ ਲੀਲਾ ਕਹਾਣੀ ਦਾ ਸਾਰ ਲਿਖੋ ਜਾਂ ਰਾਸ ਲੀਲਾ ਕਹਾਣੀ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ। ਰਾਸ ਲੀਲਾ ਕਹਾਣੀ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਇਸ ਵਿੱਚ ਕਹਾਣੀਕਾਰ ਨੇ ਮਨੁੱਖੀ ਮਨ ਦੇ ਅੰਦਰ ਬਚਪਨ ਤੋਂ ਪ੍ਰਫੁੱਲਿਤ ਹੋਣ ਵਾਲੀ ਕਾਮ ਰੁਚੀ ਅਤੇ ਉਸਦੇ ਸੰਤੁਸ਼ਟ ਰਹਿਣ ਦੀ ਸੂਰਤ ਵਿੱਚ ਇਸ ਦੇ ਧਾਰਮਿਕ ਭਾਵ ਵਿੱਚ ਰੰਗੇ ਜਾਣ ਨੂੰ ਪੇਸ਼ ਕੀਤਾ ਹੈ। ਉਦੋਂ ਕਹਾਣੀਕਾਰ ਦੀ ਉਮਰ 9-10 ਸਾਲਾਂ ਦੀ ਸੀ। ਉਹ ਖੁੱਲ੍ਹੀ ਕੋਠੀ ਵਿੱਚ ਰਹਿੰਦੇ ਸਨ। ਉਸ ਦੇ ਇੱਕ ਹਿੱਸੇ ਵਿੱਚ ਇੱਕ 60-65 ਸਾਲਾਂ ਦਾ ਹਿੰਦੂ ਵਪਾਰੀ ਰਹਿੰਦਾ ਸੀ ਜਿਸ ਨੇ ਪੈਸੇ ਦੇ ਕੇ ਨਵਾਂ ਵਿਆਹ ਕਰਾਇਆ ਸੀ। ਕਹਾਣੀਕਾਰ ਉਸ ਨੂੰ ਬਾਬਾ ਸੱਦਦਾ ਹੁੰਦਾ ਸੀ। ਇੱਕ ਦਿਨ ਕਹਾਣੀਕਾਰ ਜਦੋਂ ਸਕੂਲੋਂ ਪਰਤ ਰਿਹਾ ਸੀ ਉਸਦੇ ਕੋਲ ਗਿਆ ਤਾਂ ਉਸਨੇ ਕਿਹਾ ਕਿ ਉਹ ਉਸਨੂੰ ਚਾਚਾ ਕਿਹਾ ਕਰੇ। ਘਰ ਆ ਕੇ ਕਹਾਣੀਕਾਰ ਨੇ ਆਪਣੀ ਝਾਈ ਤੋਂ ਦੁੱਧ ਦਾ ਗਲਾਸ ਪੀਤਾ ਅਤੇ ਉਸਨੇ ਕਿਹਾ ਕਿ ਉਹ ਉਸ ਲਈ ਨਿੱਕੀ ਜਿਹੀ ਪਰੌਂਠੀ ਲਾਉਂਦੀ ਹੈ। ਇੰਨੇ ਨੂੰ ਉਹ ਚਾਚੇ ਦੀ ਨੌਕਰਾਨੀ ਦੇ ਬੁਲਾਉਣ 'ਤੇ ਮੁੜ ਉਸਦੇ ਘਰ ਪੁੱਜਾ। ਚਾਚੇ ਨੂੰ ਉਸਨੂੰ ਕੁੱਛੜ ਚੁੱਕ ਕੇ ਆਪਣੀ ਪਤਨੀ ਕੋਲ ਲੈ ਗਿਆ ਜੋ ਕਿ ਆਦਮ ਕੱਦ ਸ਼ੀਸ਼ੇ ਅੱਗੇ ਆਪਣੇ ਵਾਲ ਸੰਵਾਰ ਰਹੀ ਸੀ। ਉਸ ਦੇ ਲੰਮੇ ਵਾਲ ਕਾਲੇ ਅਤੇ ਭਾਰੇ ਸਨ। ਉਹ ਪਤਲੀ ਮਲੂਕ ਅਤੇ ਕਣਕ ਭਿੰਨੇ ਰੰਗ ਵਾਲੀ ਸੀ। ਚਾਚੇ ਨੇ ਕਹਾਣੀਕਾਰ ਨੂੰ ਦੱਸਿਆ ਕਿ ਇਹ ਉਸ ਦੀ ਚਾਚੀ ਹੈ। ਕਹਾਣੀਕਾਰ ਜਦੋਂ ਉਸ ਨੂੰ ਮੱਥਾ ਟੇਕਣ ਲੱਗਾ ਤਾਂ ਉਸਨੇ ਪੈਰ ਪਿੱਛੇ ਖਿੱਚ ਲਏ। ਕਹਾਣੀਕਾਰ ਦੀਆਂ ਬਾਹਾਂ ਜੋ ਮਸਾਂ ਹੀ ਉਸ ਦੀ ਕਮਰ ਤੱਕ ਪੁੱਜੀਆਂ ਉਸਦੇ ਦੁਆਲੇ ਪਿਆਰ ਨਾਲ ਕੱਸੀਆਂ ਗਈਆਂ। ਉਸਦਾ ਨਾਂ ਰਾਮ ਪਿਆਰੀ ਸੀ। ਚਾਚੇ ਨੇ ਉਸ ਨੂੰ ਕਹਾਣੀਕਾਰ ਨਾਲ ਆਪਣੇ ਪਿਆਰ ਬਾਰੇ ਦੱਸਿਆ। ਚਾਚੀ ਦੇ ਪੁੱਛਣ 'ਤੇ ਉੱਤੇ ਕਹਾਣੀਕਾਰ ਨੇ ਆਪਣਾ ਨਾਂ ਦੱਸਿਆ ਤਾਂ ਉਸਨੇ ਗੈਰ ਪੰਜਾਬੀਆਂ ਵਾਂਗ ਦੁਹਰਾਇਆ ਕ੍ਰਿਸ਼ਨ ਚੰਦਰ। ਉਸ ਦੇ ਦਿੱਤੇ ਮਲਾਈ ਅਤੇ ਚੌਲ ਖਾਣ ਮਗਰੋਂ ਕਹਾਣੀਕਾਰ ਘਰ ਜਾ ਕੇ ਪਰੌਂਠੀ ਖਾਣ ਦਾ ਚੇਤਾ ਹੀ ਭੁੱਲ ਗਿਆ। ਤੀਸਰੇ ਦਿਨ ਸਕੂਲੋਂ ਆਉਂਦਿਆਂ ਕਹਾਣੀਕਾਰ ਚਾਚੀ ਕੋਲ ਪੁੱਜਾ। ਚਾਚਾ ਘਰ ਨਹੀਂ ਸੀ। ਚਾਚੀ ਆਪਣੇ ਵਾਲ ਸੰਵਾਰ ਰਹੀ ਸੀ। ਉਸਨੇ ਕਹਾਣੀਕਾਰ ਨੂੰ ਦੇਖ ਕੇ ਆਪਣੀ ਬਾਹਾਂ ਖਿਲਾਰ ਦਿੱਤੀਆਂ। ਕਹਾਣੀਕਾਰ ਪਿੱਛੇ ਖਲੋਤਾ ਉਸਦੇ ਗੋਲ ਸੋਹਣੇ ਚਿਹਰੇ ਵੱਲ ਤੱਕਦਾ ਰਿਹਾ। ਚਾਚੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਕਹਾਣੀਕਾਰ ਬਾਹਾਂ ਪਸਾਰ ਕੇ ਜਿਉਂ ਹੀ ਅੱਗੇ ਵਧਿਆ ਤਾਂ ਉਸ ਨੇ ਗੋਡਿਆਂ ਭਾਰ ਹੋ ਕੇ ਉਸ ਨੂੰ ਆਪਣੀ ਛਾਤੀ ਨਾਲ ਲਾ ਲਿਆ। ਉਸ ਦਿਨ ਕਹਾਣੀਕਾਰ ਨੂੰ ਪਹਿਲੀ ਵਾਰ ਕੋਮਲਤਾ ਦਾ ਅਹਿਸਾਸ ਹੋਇਆ ਅਤੇ ਉਸ ਦੇ ਸਰੀਰ ਵਿੱਚ ਇੱਕ ਕੰਬਣੀ ਜਿਹੀ ਛਿੜ ਗਈ। ਚਾਚੀ ਨੇ ਕਈ ਚਿਰ ਆਪਣੀ ਗੱਲ ਕਹਾਣੀਕਾਰ ਦੀ ਗੱਲ ਨਾਲ ਲਾ ਰੱਖੀ। ਉਸਦੇ ਅੱਥਰੂ ਵਹਿ ਰਹੇ ਸਨ। ਕਹਾਣੀਕਾਰ ਨੇ ਦੇਖਿਆ ਕਿ ਉਸਦੇ ਬੁੱਲ੍ਹ ਕੰਬ ਰਹੇ ਸਨ ਅਤੇ ਅੱਖਾਂ ਮੀਟੀਆਂ ਹੋਈਆਂ ਸਨ। ਜਦੋਂ ਕਹਾਣੀਕਾਰ ਨੇ ਉਸਨੂੰ ਚਾਚੀ ਕਹਿ ਕੇ ਬੁਲਾਇਆ ਤਾਂ ਉਸਨੇ ਕਿਹਾ ਕਿ ਉਹ ਉਸਨੂੰ ਰਾਧਾ ਕਹਿ ਕੇ ਬੁਲਾਇਆ ਕਰੇ। ਕਹਾਣੀਕਾਰ ਨੂੰ ਪਤਾ ਲੱਗਾ ਕਿ ਚਾਚਾ ਮੱਸਿਆ ਤੋਂ ਸਿਵਾ ਇਸ ਵੇਲੇ ਕਦੇ ਵਿਹਲਾ ਨਹੀਂ ਹੁੰਦਾ। ਚਾਚੀ ਨੇ ਇਹ ਵੀ ਦੱਸਿਆ ਕਿ ਉਸਨੇ ਨੌਕਰਾਨੀ ਨੂੰ ਕੱਢ ਦਿੱਤਾ ਹੈ। ਅਚਾਨਕ ਰਾਧਾ ਨੇ ਕਹਾਣੀਕਾਰ ਜਿਸ ਨੂੰ ਉਹ ਕ੍ਰਿਸ਼ਨ ਚੰਦਰ ਕਹਿ ਕੇ ਬੁਲਾਉਂਦੀ ਸੀ ਦਾ ਬਸਤਾ ਮੋਢੇ ਤੋਂ ਲਾਹ ਦਿੱਤਾ ਅਤੇ ਨਾਲ ਹੀ ਉਸਦਾ ਕੋਟ ਅਤੇ ਬੂਟ ਵੀ ਉਤਾਰ ਦਿੱਤੇ। ਉਸਨੇ ਉਸਦੀ ਸੱਜੀ ਲੱਤ ਨੂੰ ਅੱਗੇ ਕਰਕੇ ਗੋਡੇ ਤੋਂ ਝੁਕਾ ਦਿੱਤਾ ਅਤੇ ਪੱਬ ਭਰਨੇ ਖੜ੍ਹਾ ਕਰ ਦਿੱਤਾ। ਖੱਬੀ ਲੱਤ ਜਿਉਂ ਦੀ ਤਿਉਂ ਸਿੱਧੀ ਰਹਿਣ ਦਿੱਤੀ। ਫਿਰ ਉਸਨੇ ਕਿੱਲੀ ਤੋਂ ਇੱਕ ਸੋਟੀ ਲਾਹ ਕੇ ਲੰਮੇ ਦਾ ਉਸਦੇ ਹੱਥ ਵਿੱਚ ਫੜਾ ਕੇ ਇੱਕ ਪਾਸਿਓਂ ਉਸਦੇ ਬੁੱਲ੍ਹਾਂ ਨਾਲ ਲਾ ਦਿੱਤੀ। ਫਿਰ ਉਸਨੇ ਰੇਸ਼ਮ ਦੇ ਇੱਕ ਗੁਲਾਬੀ ਫੀਤੇ ਨਾਲ ਉਸਦੇ ਖੱਬੇ ਕੰਨ ਕੋਲ ਵਾਲਾਂ ਵਿੱਚ ਇੱਕ ਫੁੱਲ ਬਣਾ ਦਿੱਤਾ। ਫਿਰ ਉਸਨੇ ਸਾਹਮਣੇ ਲੱਗੀ ਕ੍ਰਿਸ਼ਨ ਦੀ ਤਸਵੀਰ ਨੂੰ ਦੇਖ ਕੇ ਉਸਦੇ
ਲੱਕ ਦੁਆਲੇ ਇੱਕ ਪੀਲੀ ਧੋਤੀ ਬੰਨ੍ਹ ਦਿੱਤੀ। ਇਸ ਪਿੱਛੋਂ ਉਹ ਬੜੀ ਪ੍ਰਸੰਨ ਜਾਪੀ। ਫਿਰ ਉਸਨੇ ਕਹਾਣੀਕਾਰ ਤੋਂ ਸੋਟੀ ਖੋਹ ਕੇ ਪਰੇ ਵਗਾਹ ਮਾਰੀ ਅਤੇ ਉਸਨੂੰ 5-7 ਪਾ ਬਿੱਲੀਆਂ ਦੇ ਝੂਟੇ ਦੇ ਕੇ ਖੜ੍ਹਾ ਕਰ ਦਿੱਤਾ ਅਤੇ ਨਾਲ ਹੀ ਉਸਦੇ ਮੱਥੇ ਅਤੇ ਵਾਲਾਂ ਨੂੰ ਚੁੰਮਿਆ। ਕਹਾਣੀਕਾਰ ਦੇ ਪਹਿਲੇ ਕੱਪੜੇ ਪਾਉਣ ਮਗਰੋਂ ਉਸਨੂੰ ਚਾਂਦੀ ਦੇ ਗਲਾਸ ਵਿੱਚ ਦੁੱਧ ਪੀਣ ਲਈ ਅਤੇ ਚਾਂਦੀ ਦੀ ਰਕੇਬੀ ਵਿੱਚ ਅੰਗੂਰ ਖਾਣ ਲਈ ਦਿੱਤੇ। ਜਦੋਂ ਮੂੰਹ ਹੱਥ ਧੋ ਕੇ ਕਹਾਣੀਕਾਰ ਬਾਹਰ ਨਿਕਲਿਆ ਤਾਂ ਰਾਧਾ ਉਸਨੂੰ ਕਿਹਾ ਕਿ ਉਹ ਕੱਲ੍ਹ ਫੇਰ ਆਵੇ। ਉਹ ਉਸਨੂੰ ਬੜਾ ਸੋਹਣਾ ਨੱਚ ਕੇ ਦਿਖਾਵੇਗੀ। ਘਰ ਪੁੱਜਣ 'ਤੇ ਕਹਾਣੀਕਾਰ ਦੀ ਮਾਂ ਉਸਨੂੰ ਉਡੀਕ ਰਹੀ ਸੀ। ਉਸਨੇ ਉਸਦੇ ਦੇਰ ਨਾਲ ਘਰ ਪੁੱਜਣ ਦਾ ਕਾਰਨ ਪੁੱਛਿਆ ਤਾਂ ਉਸਨੇ ਪਹਿਲੀ ਵਾਰੀ ਝੂਠ ਬੋਲਦਿਆਂ ਉੱਤਰ ਦਿੱਤਾ, ਉਹ ਅਵਿਨੇਦਾਰ ਦੇ ਘਰ ਗਿਆ ਸੀ। ਉਸ ਨਵਾਂ ਮਸ਼ੀਨੀ ਲਾਟੂ ਆਂਦਾ ਝਾਈ। ਦੂਸਰੇ ਦਿਨ ਕਹਾਣੀਕਾਰ ਦਾ ਸਕੂਲ ਵਿੱਚ ਬਿਲਕੁਲ ਮਨ ਨਾ ਲੱਗਾ। ਉਹ ਰਸਤੇ ਵਿੱਚ ਵਿਪਨ ਨਾਲ ਖੇਡਣ ਲਈ ਵੀ ਤਿਆਰ ਨਾ ਹੋਇਆ। ਉਸਨੇ ਘਰ ਵਿੱਚ ਦੁੱਧ ਨਾ ਪੀਣ ਲਈ ਬਹਾਨਾ ਬਣਾਇਆ ਅਤੇ ਅਵਿਨੇਦਾਰ ਦੇ ਘਰ ਖੇਡਣ ਦਾ ਬਹਾਨਾ ਬਣਾ ਕੇ ਰਾਧਾ ਦੇ ਘਰ ਜਾ ਵੜਿਆ। ਰਾਧਾ ਸ਼ਿੰਗਾਰ ਅਤੇ ਪੁਸ਼ਾਕ ਨਾਲ ਸੱਜੀ ਫੱਬੀ ਉਸਦੀ ਉਡੀਕ ਕਰ ਰਹੀ ਸੀ। ਕਹਾਣੀਕਾਰ ਨੂੰ ਉਹ ਅਤਿਅੰਤ ਸੋਹਣੀ ਪ੍ਰਤੀਤ ਹੋਈ। ਉਸਨੇ ਕਹਾਣੀਕਾਰ ਨੂੰ ਅੰਦਰ ਲਿਜਾ ਕੇ ਆਸਣ ਉੱਪਰ ਬਿਠਾਇਆ। ਚਾਂਦੀ ਦੇ ਭਾਂਡਿਆਂ ਵਿੱਚ ਦੁੱਧ, ਮਲਾਈ, ਚੌਲ, ਫੁਲਕੇ, ਸਬਜ਼ੀ, ਮੱਖਣ ਅਤੇ ਫਲ ਆਦਿ ਪਏ ਸਨ। ਰਾਧਾ ਕਹਾਣੀਕਾਰ ਨੂੰ ਆਪ ਚਮਚਿਆਂ ਅਤੇ ਬੁਰਕੀਆਂ ਨਾਲ ਖਵਾਉਣ ਲੱਗੀ। ਉਹ ਛੇਤੀ ਹੀ ਰੱਜ ਗਿਆ। ਫਿਰ ਉਹ ਇੱਕ ਕਮਰੇ ਵਿੱਚ ਵੜੇ। ਇਹ ਅਗਰਬੱਤੀ ਨਾਲ ਮਹਿਕਿਆ ਪਿਆ ਸੀ। ਸ਼ਿੰਗਾਰ ਟੇਬਲ ਉੱਤੇ ਇੱਕ ਚਾਂਦੀ ਦੀ ਥਾਲੀ ਵਿੱਚ ਸੁਨਹਿਰੇ ਫੁੱਲ ਅਤੇ ਘਿਓ ਦੇ ਅਣਜਗੇ ਦੀਵੇ ਸਨ। ਰਾਧਾ ਨੇ ਵਾਰਡਰੋਬ ਵਿੱਚੋਂ ਇੱਕ ਨਵੀਂ ਪੀਲੀ ਰੇਸ਼ਮੀ ਸਾੜੀ ਕੱਢੀ। ਕਿੱਲੀ ਤੋਂ ਉਸਨੇ ਆਪਣੇ ਹੱਥਾਂ ਦਾ ਬਣਾਇਆ ਮੋਰ ਅਤੇ ਖੰਭਾਂ ਦਾ ਮੁਕਟ ਲਾਇਆ। ਸ਼ਿੰਗਾਰ ਟੇਬਲ ਵਿੱਚੋਂ ਉਸਨੇ ਇੱਕ ਮੁਰਲੀ ਵੀ ਕੱਢ ਲਈ। ਉਸਨੇ 10 ਮਿੰਟਾਂ ਵਿੱਚ ਕਹਾਣੀਕਾਰ ਨੂੰ ਧੋਤੀ, ਮੁਕਟ, ਸਿਹਰੇ ਅਤੇ ਬੰਸਰੀ ਨਾਲ ਸਜਾ ਦਿੱਤਾ। ਇੱਕ ਸਿਹਰਾ ਸਾਹਮਣੇ ਲੱਗੀ ਭਗਵਾਨ ਕ੍ਰਿਸ਼ਨ ਦੀ ਤਸਵੀਰ ਉੱਤੇ ਵੀ ਪਾ ਦਿੱਤਾ। ਥਾਲੀ ਵਿੱਚ 5 ਦੀਵੇ ਜਗਾ ਕੇ ਰਾਧਾ ਉਹਨਾਂ ਨੂੰ ਦੋਹਾਂ ਹੱਥਾਂ ਵਿੱਚ ਲੈ ਕੇ ਕਹਾਣੀਕਾਰ ਦੇ ਸਾਹਮਣੇ ਅੱਖਾਂ ਮੀਟ ਕੇ ਖੜ੍ਹੀ ਹੋ ਗਈ। ਫਿਰ ਉਸਨੇ ਅੱਖਾਂ ਖੋਲ੍ਹੀਆਂ ਅਤੇ ਥਾਲੀ ਦੇ ਕੰਢੇ ਕੋਲ ਕੇਸਰ ਅਤੇ ਚੌਲਾਂ ਦਾ ਆਪਣੀ ਚਾਚੀ ਨਾਲ ਉਸਦੇ ਮੱਥੇ ਉੱਪਰ ਟਿੱਕਾ ਲਾ ਦਿੱਤਾ। ਕਹਾਣੀਕਾਰ ਨੇ ਵੀ ਉਸੇ ਤਰ੍ਹਾਂ ਰਾਧਾ ਦੇ ਮੱਥੇ ਉੱਤੇ ਟਿੱਕਾ ਲਾ ਦਿੱਤਾ। ਟਿੱਕਾ ਲਗਾਉਂਦਿਆਂ ਹੀ ਉਹ ਕੰਬ ਉੱਠੀ। ਉਸਦੇ ਪੈਰਾਂ ਵਿੱਚ ਘੁੰਗਰਾਂ ਦੀ ਆਵਾਜ਼ ਆਉਣ ਲੱਗੀ। ਕਹਾਣੀਕਾਰ ਨੂੰ ਉਹ ਤਿਲਕਦੀ ਅਤੇ ਸੰਭਲਦੀ ਪ੍ਰਤੀਤ ਹੋ ਰਹੀ ਸੀ। ਉਸਨੇ ਸਮਝਿਆ ਕਿ ਨਾਚ ਸ਼ੁਰੂ ਹੋ ਚੁੱਕਾ ਹੈ। ਲੱਕ ਝੁਕਾਉਣ ਨਾਲ ਉਸਦੇ ਲੰਮੇ ਵਾਲ ਧਰਤੀ ਨੂੰ ਛੋਹ ਜਾਂਦੇ ਸਨ। ਉਹ ਹਵਾ ਵਿੱਚ ਦੋਹਰੀ ਹੋ ਜਾਂਦੀ ਸੀ। ਉਸਦੀ ਚਾਲ ਲਗਾਤਾਰ ਤੇਜ਼ ਹੋ ਰਹੀ ਸੀ। ਘੁੰਗਰੂ ਆਪਣਾ ਰੰਗ ਬੰਨ੍ਹ ਰਹੇ ਸੀ। ਜਗਦੀਆਂ ਜੋਤਾਂ ਦਾ ਕਹਾਣੀਕਾਰ ਦੇ ਦੁਆਲੇ ਇੱਕ ਚੱਕਰ ਵੱਜ ਗਿਆ। ਉਸਨੂੰ ਆਪਣੇ ਦੁਆਲੇ ਕਈ ਰਾਧਾ ਦਿਸਣ ਲੱਗ ਪਈਆਂ ਅਤੇ ਉਸਨੂੰ ਆਪਣੀ ਸ਼ਕਲ ਦੇ ਕਈ ਮੁੰਡੇ ਉਹਨਾਂ ਦੇ ਨਾਲ ਪ੍ਰਤੀਤ ਹੋਏ। ਕਹਾਣੀਕਾਰ ਨੂੰ ਆਪਣੇ ਆਪ ਉੱਪਰ ਆਪਣਾ ਕਾਬੂ ਬਹੁਤ ਘੱਟ ਦਿਖਾਈ ਦੇ ਰਿਹਾ ਸੀ। ਇਸ ਸਮੇਂ ਕਹਾਣੀਕਾਰ ਨੇ ਅਜਿਹੀ ਬੰਸਰੀ ਵਜਾਈ ਜੋ ਉਸਨੇ ਕਦੇ ਕਿਸੇ ਉਸਤਾਦ ਤੋਂ ਵੀ ਵਜਾਉਣੀ ਨਹੀਂ ਸੀ ਸੁਣੀ। ਜਦ ਕਿ ਉਸਨੂੰ ਬੰਸਰੀ ਵਜਾਉਣੀ ਅਜੇ ਵੀ ਨਹੀਂ ਆਉਂਦੀ ਸੀ। ਅਖੀਰ ਨਾਚ ਦੀ ਚਾਲ ਘਟਦੀ ਗਈ। ਰਾਧਾ ਸ਼ਰਾਬੀਆਂ ਵਾਂਗ ਹੁਲਾਰੇ ਖਾ ਰਹੀ ਸੀ, ਪਰ ਉਹ ਆਪਣੇ ਹੱਥੋਂ ਦੀਵਿਆਂ ਵਾਲੀ ਥਾਲੀ ਨਹੀਂ ਸੀ ਡਿੱਗਣ ਦਿੰਦੀ। ਕਹਾਣੀਕਾਰ ਦੁਬਾਰਾ ਉਸਨੂੰ ਉਸਦੇ ਹੱਥੋਂ ਥਾਲੀ ਫੜ ਕੇ ਸ਼ਿੰਗਾਰ ਟੇਬਲ ਉੱਪਰ ਰੱਖਣ ਦੀ ਢਿੱਲ ਸੀ ਕਿ ਉਹ ਧੜੰਮ ਕਰਕੇ ਹੇਠਾਂ ਡਿੱਗ ਪਈ। ਕਹਾਣੀਕਾਰ ਨੇ ਮੁਰਲੀ ਸੁੱਟ ਕੇ ਉਸਨੂੰ ਸਾਂਭਿਆ। ਉਸ ਵਿੱਚ ਪਤਾ ਨਹੀਂ ਕਿੱਥੋਂ ਇੰਨਾ ਬਲ ਆ ਗਿਆ। ਉਹ ਆਪਣੇ ਆਪ ਨੂੰ ਇੱਕ ਪੂਰਾ ਆਦਮੀ ਸਮਝ ਰਿਹਾ ਸੀ। ਉਸਨੇ ਆਪਣੀ ਧੋਤੀ ਦੇ ਪੱਲੇ ਨਾਲ ਪੱਖਾ ਕਰਕੇ ਉਸਨੂੰ ਹੋਸ਼ ਵਿੱਚ ਲਿਆਂਦਾ। ਉਸਨੇ ਉੱਠ ਕੇ ਕਹਾਣੀਕਾਰ ਦੀ ਗੱਲ੍ਹ ਚੁੰਮੀ। ਕਹਾਣੀਕਾਰ ਦੇ ਸਰੀਰ ਵਿੱਚ ਕੰਬਣੀਆਂ ਛਿੜ ਗਈਆਂ। ਉਸਨੇ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਰਾਧਾ ਨੂੰ ਗਲਵੱਕੜੀ ਪਾ ਲਈ। ਉਹ ਉਸਦੀਆਂ ਬਾਹਾਂ ਵਿੱਚ ਨਿੱਸਲ ਸੀ। ਕਹਾਣੀਕਾਰ ਨੇ ਉਸ ਦੀਆਂ ਗੱਲਾਂ, ਬੁੱਲ੍ਹਾਂ, ਅੱਖਾਂ ਅਤੇ ਵਾਲਾਂ ਨੂੰ ਚੁੰਮਿਆ। ਕੁਝ ਚਿਰ ਮਗਰੋਂ ਉਸਨੇ ਅੱਖਾਂ ਖੋਲ੍ਹ ਕੇ ਬੰਦ ਕਰ ਲਈਆਂ
ਅਚਾਨਕ ਬੂਹਾ ਖੜਕਣ ਦੀ ਆਵਾਜ਼ ਨਾਲ ਉਹ ਉੱਠੇ, ਪਰ ਕੋਈ ਨਹੀਂ ਸੀ। ਉਸ ਨੂੰ ਫਿਰ ਪਹਿਲਾਂ ਕ੍ਰਿਸ਼ਨ ਬਣਾਇਆ ਗਿਆ। ਕਾਫੀ ਦੇਰ ਹੋਣ 'ਤੇ ਕਹਾਣੀਕਾਰ ਘਰ ਪੁੱਜਾ। ਹੁਣ ਕਹਾਣੀਕਾਰ ਹਰ ਰੋਜ਼ ਰਾਧਾ ਦੇ ਘਰ ਜਾਣ ਲੱਗਾ। ਉਸਦੀ ਭੁੱਖ ਘਟਣ ਕਰਕੇ ਉਸਦੇ ਘਰਦਿਆਂ ਨੂੰ ਫਿਕਰ ਲੱਗ ਪਿਆ। ਡਾਕਟਰ ਨੇ ਉਸਦੀ ਸਿਹਤ ਠੀਕ ਦੱਸੀ। ਉਸਦੇ ਸਕੂਲ ਦੀ ਰਿਪੋਰਟ ਵੀ ਚੰਗੀ ਸੀ। ਉਸਦੇ ਰਾਤ ਦੀ ਰੋਟੀ ਨਾ ਖਾਣ ਕਰਕੇ ਉਸਦੀ ਝਾਈ ਖੁਫੀਆ ਪੁਲਿਸ ਵਾਂਗ ਉਸਦੇ ਮਗਰ ਲੱਗ ਪਈ। ਇੱਕ ਦਿਨ ਉਹਨਾਂ ਉਸਨੂੰ ਰਾਧਾ ਦੇ ਘਰ ਵੜਦਿਆਂ ਦੇਖ ਲਿਆ। ਪਤਾ ਨਹੀਂ ਉਹ ਕਿੰਨਾ ਚਿਰ ਬੂਹੇ ਨਾਲ ਕੰਨ ਲਾ ਕੇ ਸੁਣਦੇ ਰਹੇ ਹੋਣਗੇ। ਨਾਚ ਮੁਕਣ ਉੱਤੇ ਉਹਨਾਂ ਨੇ ਤੇਜ਼ ਆਵਾਜ਼ਾਂ ਦਿੱਤੀਆਂ। ਰਾਧਾ ਨੇ ਬੜੀ ਤੇਜ਼ੀ ਨਾਲ ਕਹਾਣੀਕਾਰ ਦੇ ਕੱਪੜੇ ਲਾ ਕੇ ਪਹਿਲੇ ਵਾਲੇ ਕੱਪੜੇ ਪਵਾ ਦਿੱਤੇ ਅਤੇ ਮੂੰਹ ਧਵਾ ਕੇ ਅੰਦਰ ਲੁਕਾ ਦਿੱਤਾ। ਫਿਰ ਉਸਨੇ ਬੂਹਾ ਖੋਲ੍ਹਿਆ ਅਤੇ ਝਾਈ ਦੇ ਪੁੱਛਣ 'ਤੇ ਉੱਤੇ ਉਸਨੇ ਕਿਹਾ ਕਿ ਉਹ ਦੇਖਦੀ ਹੈ ਕਿ ਕ੍ਰਿਸ਼ਨ ਇੱਥੇ ਹੈ ਜਾਂ ਨਹੀਂ। ਕਈ ਵਾਰ ਉਹ ਉਸ ਦੇ ਸੁੱਤਿਆਂ ਅੰਦਰ ਦਾ ਬੂਹਾ ਅੜਾ ਕੇ ਇਕੱਲਾ ਖੇਡਦਾ ਰਹਿੰਦਾ ਹੈ। ਅੰਦਰ ਜਾ ਕੇ ਉਸਨੇ ਕਹਾਣੀਕਾਰ ਨੂੰ ਬਾਹੋਂ ਫੜ ਲਿਆ। ਉਸ ਨੂੰ ਡਰ ਨਾਲ ਕੰਬਦਿਆਂ ਦੇਖ ਕੇ ਉਹ ਕਹਿਣ ਲੱਗੀ, ਡਰੋ ਨਾ ਮੇਰੇ ਕ੍ਰਿਸ਼ਨ, ਅਸੀਂ ਚੋਰੀ ਨਹੀਂ ਸੀ ਕੀਤੀ, ਪਾਪ ਨਹੀਂ ਕੀਤਾ। ਕਹਾਣੀਕਾਰ ਉਸ ਨਾਲ ਤਰੀਕਦਾ ਬਾਹਰ ਆ ਗਿਆ ਅਤੇ ਰਾਧਾ ਨੇ ਉਹਦੀ ਬਾਂਹ ਝਾਈ ਨੂੰ ਫੜਾਉਂਦਿਆਂ ਕਿਹਾ, ਆਹ ਲਓ ਫੜੋ ਆਪਣਾ ਮੱਖਣ ਚੋਰ। ਅੰਦਰ ਕਮਰੇ ਵਿੱਚ ਲੁਕਿਆ ਹੋਇਆ ਸੀ। ਝਾਈ ਨੇ ਅੰਦਰ ਵੜ ਕੇ ਖਿਲ ਰਹੀਆਂ ਚੀਜ਼ਾਂ ਅਤੇ ਜਗਦੀਆਂ ਜੋਤਾਂ ਦਾ ਨਜ਼ਾਰਾ ਦੇਖਿਆ ਅਤੇ ਉਹ ਸ਼ੱਕ ਭਰੀ ਨਜ਼ਰ ਨਾਲ ਰਾਧਾ ਉੱਤੇ ਸੁੱਟ ਕੇ ਬੜੀ ਨਫ਼ਰਤ ਅਤੇ ਆਕੜ ਨਾਲ ਮੁੜ ਆਈ। ਉਸਨੇ ਕਹਾਣੀਕਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਰਾਧਾ ਉਸ ਨੂੰ ਛੁਡਾਉਣ ਲਈ 2 ਵਾਰੀ ਬਾਹਰ ਨਿਕਲੀ, ਪਰ ਫਿਰ ਮੁੜ ਗਈ। ਕਹਾਣੀਕਾਰ ਦੀ ਗੱਲ ਉੱਪਰ ਚਪੇੜ ਦੇ ਪੈਣ ਨਾਲ ਉਹ ਇਕੱਠੀ ਹੋ ਜਾਂਦੀ ਸੀ। ਝਾਈ ਜੀ ਨੇ ਕਹਾਣੀਕਾਰ ਨੂੰ ਕਮਰੇ ਵਿੱਚ ਡੱਕ ਦਿੱਤਾ ਅਤੇ ਉਸਦੇ ਪਿਤਾ ਨੂੰ ਉਡੀਕਣ ਲੱਗੀ। ਕਹਾਣੀਕਾਰ ਜਾਣ ਕੇ ਕੁਰਾੜੇ ਮਾਰਨ ਲੱਗਾ। ਝਾਈ ਜੀ ਨੇ ਪਿਤਾ ਨੂੰ ਰੋਟੀ ਖਵਾਈ ਅਤੇ ਉਹ ਪਲੰਘ ਉੱਪਰ ਜਾ ਲੇਟੇ ਤਾਂ ਉਸਨੇ ਉਹਨਾਂ ਨੂੰ ਸਾਰੀ ਗੱਲ ਦੱਸ ਕੀਤੀ। ਪਿਤਾ ਜੀ ਨੇ ਪਹਿਲਾਂ ਤਾਂ ਉਸਦੀ ਗੱਲ ਉੱਪਰ ਬਹੁਤਾ ਯਕੀਨ ਨਾ ਕੀਤਾ, ਪਰ ਫਿਰ ਉਹ ਉਸ ਦੇ ਜ਼ੋਰ ਦੇਣ ਉੱਪਰ ਕਹਿਣ ਲੱਗੇ ਕਿ ਸਵੇਰੇ ਉਹ ਬੁੱਢੇ ਨੂੰ ਮਿਲਣਗੇ। ਤੀਜੇ ਦਿਨ ਜਦੋਂ ਕਹਾਣੀਕਾਰ ਸਕੂਲੋਂ ਆਉਂਦਾ ਰਾਧਾ ਦੇ ਘਰ ਗਿਆ ਤਾਂ ਬੂਹਾ ਖੁੱਲ੍ਹਾ ਪਿਆ ਸੀ, ਪਰ ਅੰਦਰ ਕੋਈ ਸਮਾਨ ਨਹੀਂ ਸੀ। ਕਮਰੇ ਵਿੱਚ ਕੋਈ ਨਹੀਂ ਸੀ। ਕਹਾਣੀਕਾਰ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਉਸਦਾ ਕੋਈ ਅੰਗ ਕੱਟ ਦਿੱਤਾ ਹੋਵੇ। ਉਹ ਕਮਰੇ ਦੀ ਇੱਕ ਨੁੱਕਰ ਵਿੱਚ ਧੱਸ ਗਿਆ ਅਤੇ ਰੋਣ ਲੱਗ ਪਿਆ। ਅਚਾਨਕ ਉਸਦੀ ਝਾਈ ਨੇ ਉਸਦੀ ਬਾਂਹ ਆ ਫੜੀ ਅਤੇ ਧੂਦੀ ਹੋਈ ਘਰ ਵੱਲ ਲਿਜਾ ਰਹੀ ਸੀ। ਦੂਸਰਾ ਪ੍ਰਸ਼ਨ, ਸੁਜਾਨ ਸਿੰਘ ਦੀ ਕਹਾਣੀ ਰਾਸ ਲੀਲਾ ਦੇ ਵਿਸ਼ਾ ਵਸਤੂ ਸੰਬੰਧੀ ਜਾਣਕਾਰੀ ਦਿਓ। ਜਾਂ ਰਾਸ ਲੀਲਾ ਕਹਾਣੀ ਦਾ ਵਿਸ਼ਾ ਮਨੁੱਖ ਦੇ ਮਨ ਵਿੱਚ ਬਚਪਨ ਤੋਂ ਨਿਵਾਸ ਕਰਨ ਵਾਲੀ ਕਾਮ ਰੁਚੀ ਸਪਸ਼ਟ ਕਰੋ। ਜਾਂ ਰਾਸ ਲੀਲਾ ਕਹਾਣੀ ਵਿੱਚ ਸਮਾਜ ਦੀ ਇਸਤਰੀ ਦੀ ਦਸ਼ਾ ਦਾ ਕਰੁਣਾਮਈ ਚਿੱਤਰ ਪੇਸ਼ ਕਰਦੀ ਹੈ। ਕਿਵੇਂ? ਜਾਂ ਰਾਸ ਲੀਲਾ ਕਹਾਣੀ ਸੰਬੰਧੀ ਆਪਣੇ ਵਿਚਾਰ, ਭਾਵ ਜਾਂ ਹੰਗੋਰਾ ਬਿਆਨ ਕਰੋ। ਉੱਤਰ, ਰਾਸ ਲੀਲਾ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦੀ ਇੱਕ ਬਹੁਤ ਹੀ ਸੁਆਦਲੀ ਅਤੇ ਦਿਲਚਸਪ ਰਚਨਾ ਹੈ। ਇਸ ਕਹਾਣੀ ਦਾ ਪ੍ਰਮੁੱਖ ਵਿਸ਼ਾ ਮਨੁੱਖ ਦੇ ਮਨ ਵਿੱਚ ਬਚਪਨ ਤੋਂ ਨਿਵਾਸ ਕਰਨ ਵਾਲੀ ਕਾਮ ਰੁਚੀ ਦੀ ਤ੍ਰਿਪਤੀ ਅਤੇ ਇਸ ਦੇ ਅਤ੍ਰਿਪਤ ਰਹਿਣ ਦੀ ਸੂਰਤ ਵਿੱਚ ਇਸਦਾ ਧਾਰਮਿਕ ਭਾਵ ਵਿੱਚ ਤਬਦੀਲ ਹੋ ਜਾਣਾ ਹੈ। ਪਰ ਇਸ ਦੇ ਨਾਲ ਹੀ ਕਹਾਣੀਕਾਰ ਸਾਡੇ ਸਮਾਜ ਵਿੱਚ ਇਸਤਰੀ ਦੀ ਕਰੁਣਾਮਈ ਦਸ਼ਾ ਦਾ ਚਿੱਤਰ ਵੀ ਪੇਸ਼ ਕਰਦਾ ਹੈ, ਜਿਸ ਵੇਲੇ ਕਾਮ ਰੁਚੀ ਦੀ ਸੰਤੁਸ਼ਟੀ ਲਈ ਚੁੱਕਿਆ ਧਾਰਮਿਕ ਕਦਮ ਵੀ ਸਮਾਜ ਬਰਦਾਸ਼ਤ ਨਹੀਂ ਕਰਦਾ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਰਾਮ ਪਿਆਰੀ 60-65 ਸਾਲਾਂ ਦੇ ਵਪਾਰੀ ਨਾਲ ਵਿਆਹੀ ਜਾਂਦੀ ਹੈ। ਕੁਦਰਤੀ ਹੈ ਕਿ ਉਮਰ ਦਾ ਫਰਕ ਹੋਣ ਕਰਕੇ ਉਸ ਨੂੰ ਆਪਣੇ ਪਤੀ ਤੋਂ ਕਾਮ ਦੀ ਪੂਰੀ ਤਰ੍ਹਾਂ ਤ੍ਰਿਪਤੀ ਪ੍ਰਾਪਤ ਨਹੀਂ ਹੁੰਦੀ, ਜਿਸ ਕਰਕੇ ਉਸ ਦਾ ਇਹ ਅਤ੍ਰਿਪਤ ਭਾਵ ਧਾਰਮਿਕ ਭਾਵ ਵਿੱਚ ਬਦਲ ਜਾਂਦਾ ਹੈ ਅਤੇ ਉਹ ਆਪਣੇ ਨੇੜੇ
ਰਹਿੰਦੇ 9-10 ਸਾਲਾਂ ਦੇ ਮੁੰਡੇ ਕ੍ਰਿਸ਼ਨ ਚੰਦਰ ਨੂੰ ਆਪਣਾ ਕ੍ਰਿਸ਼ਨ ਮੰਨ ਕੇ ਰਾਧਾ ਦੇ ਰੂਪ ਵਿੱਚ ਉਸ ਨੂੰ ਪਿਆਰ ਕਰਨ ਲੱਗਦੀ ਹੈ। ਉਹ ਉਸ ਨੂੰ ਕੁੱਟ ਕੇ ਆਪਣੀ ਛਾਤੀ ਨਾਲ ਲਾਉਂਦੀ ਹੈ, ਉਸ ਦੀ ਗੱਲ ਨਾਲ ਗੱਲ ਲਾ ਕੇ ਪਿਆਰ ਕਰਦੀ ਹੈ ਅਤੇ ਉਸ ਨੂੰ ਕ੍ਰਿਸ਼ਨ ਵਾਂਗ ਸ਼ਿੰਗਾਰਦੀ ਹੋਈ ਇੱਕ ਲੱਤ ਪਰ ਖੜ੍ਹਾ ਕਰਦੀ ਹੈ। ਉਸਦੇ ਪੀਲੀ ਸਾੜੀ ਲਾਉਂਦੀ ਹੈ, ਉਸਦੇ ਹੱਥ ਵਿੱਚ ਬੰਸਰੀ ਫੜਾਉਂਦੀ ਹੈ ਅਤੇ ਘੁੰਗਰੂ ਪਾ ਕੇ ਦੀਵੇ ਜਗਾ ਕੇ ਧੂਪ ਖਾ ਕੇ ਆਰ ਪਾ ਕੇ ਅਤੇ ਮੁਕਟ ਸਜਾ ਕੇ ਉਸ ਦੀ ਆਰਤੀ ਉਤਾਰਦੀ ਹੋਈ ਨੱਚਦੀ ਹੈ। ਇਸ ਤਰ੍ਹਾਂ ਕਰਦੀ ਹੋਈ ਉਹ ਅਦਭੁਤ ਮਸਤੀ ਭਰੀ ਅਵਸਥਾ ਵਿੱਚ ਹੁੰਦੀ ਹੈ। ਉਹ ਉਸ ਨੂੰ ਚਾਂਦੀ ਦੇ ਭਾਂਡਿਆਂ ਵਿੱਚ ਦੁੱਧ, ਮਲਾਈ ਅਤੇ ਚੌਲ, ਫੁਲਕੇ, ਸਬਜ਼ੀ ਅਤੇ ਮੱਖਣ ਆਦਿ ਆਪਣੇ ਹੱਥਾਂ ਨਾਲ ਚਮਚਿਆਂ ਅਤੇ ਬੁਰਕਿਆਂ ਨਾਲ ਖਿਲਾਉਂਦੀ ਹੈ। ਉਹ ਉਸ ਨੂੰ ਬਾਹਾਂ ਵਿੱਚ ਘੁੱਟ ਕੇ ਨਿੱਸਲ ਹੋ ਜਾਂਦੀ ਹੈ ਅਤੇ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਪਿਆਰ ਦਾ ਆਨੰਦ ਲੈਂਦੀ ਹੈ। ਦੂਜੇ ਪਾਸੇ ਕ੍ਰਿਸ਼ਨ ਚੰਦਰ ਭਾਵੇਂ ਛੋਟੀ ਉਮਰ ਦਾ ਸੀ, ਪਰ ਉਸ ਵਿੱਚ ਦਿਲ ਵਸਦੀ ਕਾਮ ਰੁਚੀ ਦੀ ਸੰਤੁਸ਼ਟੀ ਅਤੇ ਪ੍ਰਾਪਤੀ ਦੀ ਮੰਗ ਸੀ। ਉਸ ਦੀ ਰਾਧਾ ਵਿੱਚ ਦਿਲਚਸਪੀ ਵੀ ਇਹੋ ਸਪਸ਼ਟ ਕਰਦੀ ਸੀ। ਇਸ ਪ੍ਰਕਾਰ ਕਹਾਣੀਕਾਰ ਨੇ ਕਹਾਣੀ ਵਿੱਚ ਕਾਮ ਰੁਚੀ ਅਤੇ ਅਸੰਤੁਸ਼ਟ ਰਹਿਣ ਦੀ ਹਾਲਤ ਵਿੱਚ ਉਸਦੇ ਧਾਰਮਿਕ ਭਾਵ ਵਿੱਚ ਬਦਲ ਜਾਣ ਨੂੰ ਵਿਸ਼ੇ ਦੇ ਰੂਪ ਵਿੱਚ ਲਿਆ ਕੇ ਅਤੇ ਨਾਲ ਹੀ ਸਾਡੇ ਸਮਾਜ ਵਿੱਚ ਇਸਤਰੀ ਦੀ ਕਰੁਣਾਮਈ ਦਸ਼ਾ ਨੂੰ ਵੀ ਪੇਸ਼ ਕੀਤਾ ਹੈ। ਕਹਾਣੀ ਦਾ ਵਿਸ਼ਾ ਮਨੋਵਿਗਿਆਨਕ, ਸਮਾਜਿਕ ਅਤੇ ਮਹੱਤਵਪੂਰਨ ਹੈ। ਕਹਾਣੀਕਾਰ ਨੇ ਇਸ ਵਿਸ਼ੇ ਨੂੰ ਬੜੀ ਕਲਾਤਮਕਤਾ ਨਾਲ ਸਿਰਜੇ ਧਾਰਮਿਕ ਪੁੱਠ ਵੱਲ ਰੋਮਾਂਟਿਕ ਪਲਾਟ ਅਤੇ ਪਾਤਰਾਂ ਰਾਹੀਂ ਯਥਾਰਥਕ ਅਤੇ ਰੋਮਾਂਟਿਕ ਵਾਤਾਵਰਨ ਉਸਾਰ ਕੇ ਬੜੀ ਮਨੋਵਿਗਿਆਨਕ ਸੂਝ ਨਾਲ ਪੇਸ਼ ਕੀਤਾ ਹੈ। ਇਸ ਦਾ ਅੰਤ ਬੜਾ ਪ੍ਰਭਾਵਸ਼ਾਲੀ ਅਤੇ ਸੁਝਾਊ ਹੈ। ਪ੍ਰਸ਼ਨ ਤੀਜਾ, ਰਾਸ ਲੀਲਾ ਕਹਾਣੀ ਦੇ ਪਾਤਰ ਕ੍ਰਿਸ਼ਨ ਚੰਦਰ ਦਾ ਚਿੱਤਰਨ ਕਰੋ। ਉੱਤਰ, ਕ੍ਰਿਸ਼ਨ ਚੰਦਰ ਰਾਸ ਲੀਲਾ ਦੀ ਕਹਾਣੀ ਦਾ ਮੁੱਖ ਪਾਤਰ ਹੈ। ਇਸ ਕਹਾਣੀ ਦਾ ਵਰਣਨ ਉਹ ਆਪ ਹੀ ਉੱਤਮ ਪੁਰਖ ਵਿੱਚ ਕਰਦਾ ਹੈ। ਜਦੋਂ ਉਸ ਦੇ ਜੀਵਨ ਵਿੱਚ ਇਹੀ ਕਹਾਣੀ ਵਾਪਰਦੀ ਹੈ, ਉਦੋਂ ਉਸ ਦੀ ਉਮਰ ਮਸਾਂ 9-10 ਸਾਲਾਂ ਦੀ ਹੁੰਦੀ ਹੈ। ਉਹ ਆਪਣੇ ਮਾਤਾ ਪਿਤਾ ਨਾਲ ਇੱਕ ਵੱਡੀ ਕੋਠੀ ਦੇ ਇੱਕ ਹਿੱਸੇ ਵਿੱਚ ਰਹਿੰਦਾ ਸੀ। ਉਹ ਸਕੂਲ ਪੜ੍ਹਨ ਜਾਂਦਾ ਹੁੰਦਾ ਸੀ। ਰਾਧਾ ਨੂੰ ਉਹ ਬਹੁਤ ਪਿਆਰਾ ਬੱਚਾ ਲੱਗਦਾ ਹੁੰਦਾ ਸੀ। ਕਹਾਣੀਕਾਰ ਇਸ ਦੇ ਪਾਤਰ ਰਾਹੀਂ ਜਿੱਥੇ ਆਪਣੇ ਮਨੋਵਿਗਿਆਨਕ ਵਿਸ਼ੇ ਦੇ ਇੱਕ ਮਹੱਤਵਪੂਰਨ ਪੱਖ ਨੂੰ ਪੇਸ਼ ਕਰਦਾ ਹੈ, ਉੱਥੇ ਉਹ ਆਪਣੇ ਉਦੇਸ਼ ਨੂੰ ਵੀ ਸਪਸ਼ਟ ਕਰਦਾ ਹੈ। ਕਹਾਣੀਕਾਰ ਉਸ ਦੇ ਪਾਤਰ ਰਾਹੀਂ ਸਾਡੇ ਅੱਗੇ ਇਹ ਪੇਸ਼ ਕਰਦਾ ਹੈ ਕਿ ਸੁੰਦਰਤਾ ਦੀ ਖਿੱਚ ਹਰ ਇੱਕ ਮਨੁੱਖ ਵਿੱਚ ਬਚਪਨ ਤੋਂ ਹੀ ਹੁੰਦੀ ਹੈ। ਉਹ ਇਸ ਦੇ ਪਾਤਰ ਰਾਹੀਂ ਇਹ ਵੀ ਸਪਸ਼ਟ ਕਰਦਾ ਹੈ ਕਿ ਬੱਚਾ ਭਾਵੇਂ ਪਿਆਰ ਦਾ ਨਾਂ ਨਹੀਂ ਜਾਣਦਾ, ਪਰ ਉਹ ਪਿਆਰ ਕਰਦਾ ਹੈ ਅਤੇ ਪਿਆਰ ਚਾਹੁੰਦਾ ਹੈ। ਕਹਾਣੀਕਾਰ ਇਸ ਦੇ ਪਾਤਰ ਰਾਹੀਂ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਪਿਆਰ ਮਨੁੱਖ ਨੂੰ ਰਾਗ ਅਤੇ ਕਵਿਤਾ ਆਦਿ ਕੋਮਲ ਹੁਨਰ ਆਪੇ ਹੀ ਸਿਖਾ ਦਿੰਦਾ ਹੈ। ਇਸ ਕਹਾਣੀ ਨੂੰ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਸੁੰਦਰ ਅਤੇ ਪਿਆਰਾ ਬਾਲਕ ਸੀ। ਰਾਧਾ ਨੂੰ ਉਹ ਇੰਨਾ ਪਿਆਰਾ ਲੱਗਦਾ ਸੀ ਕਿ ਉਹ ਉਸ ਨੂੰ ਰੋਜ਼ਾਨਾ ਕ੍ਰਿਸ਼ਨ ਦਾ ਰੂਪ ਦੇ ਕੇ ਉਸ ਨਾਲ ਰਾਸ ਲੀਲਾ ਰਚਾਉਣ ਲੱਗੀ ਅਤੇ ਇਸ ਪ੍ਰਕਾਰ ਆਪਣੇ ਅੰਦਰ ਅਣਜੋੜ ਵਿਆਹ ਦੇ ਅਹਿਸਾਸ ਨੂੰ ਧਾਰਮਿਕ ਰੰਗ ਦਿੰਦੀ ਸੀ। ਕ੍ਰਿਸ਼ਨ ਚੰਦਰ ਦੇ ਅੰਦਰ ਸੁੰਦਰਤਾ ਦੀ ਲਈ ਖਿੱਚ ਵੀ ਮੌਜੂਦ ਸੀ। ਉਹ ਰਾਧਾ ਦੀ ਸੁੰਦਰਤਾ ਵੱਲ ਖਿੱਚਿਆ ਗਿਆ ਸੀ। ਉਸ ਦੇ ਸਰੀਰ ਦੀ ਸੁੰਦਰਤਾ, ਪੋਸ਼ਾਕ ਅਤੇ ਸ਼ਿੰਗਾਰ ਉਸ ਉੱਪਰ ਆਪਣਾ ਵਿਸ਼ੇਸ਼ ਪ੍ਰਭਾਵ ਪਾਉਂਦੇ ਹਨ ਅਤੇ ਉਸ ਦੇ ਪਿਆਰ ਵਿੱਚ ਰੰਗਿਆ ਉਹ ਆਪਾ ਭੁੱਲ ਜਾਂਦਾ ਹੈ ਅਤੇ ਇੱਕ ਕਲਾਕਾਰ ਹੋ ਨਿਬੜਦਾ ਹੈ। ਉਸ ਦੇ ਪਿਆਰ ਵਿੱਚ ਖਿੱਚ ਕਾਰਨ ਉਹ ਉਸ ਦੇ ਕੋਲ ਹਰ ਰੋਜ਼ ਜਾਂਦਾ ਹੈ ਅਤੇ ਮਾਂ ਦੇ ਗੁੱਸੇ ਦਾ ਸ਼ਿਕਾਰ ਬਣ ਜਾਂਦਾ ਹੈ। ਉਸ ਦੇ ਪਿਆਰ ਦੀ ਖਿੱਚ ਕਾਰਨ ਉਹ ਝੂਠ ਵੀ ਬੋਲਣ ਲੱਗ ਪੈਂਦਾ ਹੈ। ਉਹ ਚੰਗੀ ਸਿਹਤ ਦਾ ਮਾਲਕ ਵੀ ਸੀ ਅਤੇ ਸਕੂਲ ਵਿੱਚ ਇੱਕ ਵਿਦਿਆਰਥੀ ਦੇ ਰੂਪ ਵਿੱਚ ਉਸਦਾ ਕੰਮ ਵੀ ਬਹੁਤ ਹੀ ਤਸੱਲੀ ਬਖਸ਼ ਸੀ। ਉਂਝ ਉਹ ਆਪਣੀ ਮਾਤਾ ਤੋਂ ਡਰਦਾ ਵੀ ਸੀ। ਤਾਂ ਅਗਲਾ ਪ੍ਰਸ਼ਨ ਹੈ, ਰਾਮ ਪਿਆਰੀ ਜਾਂ ਰਾਧਾ ਦਾ ਚਰਿੱਤਰ ਕਰੋ। ਰਾਮ
ਪਰੇ ਰਾਮ ਪਿਆਰੀ ਅਰਥਾਤ ਰਾਧਾ ਰਾਸ ਲੀਲਾ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਉਸ ਦੇ ਮਾਪਿਆਂ ਨੇ ਪੈਸੇ ਲੈ ਕੇ ਉਸ ਦਾ ਵਿਆਹ 60-65 ਸਾਲਾਂ ਦੇ ਇੱਕ ਬੁੱਢੇ ਵਪਾਰੀ ਨਾਲ ਕਰ ਦਿੱਤਾ। ਉਹ ਇੱਕ ਬੰਗਾਲਨ ਸੀ। ਉਸ ਦਾ ਰੰਗ ਕਣਕ ਭਿੰਨਾ ਸੀ। ਉਹ ਪਤਲੀ ਮਲੂਕ ਇਸਤਰੀ ਸੀ। ਉਸਦੇ ਲੰਮੇ ਕਾਲੇ ਤੇ ਭਾਰੇ ਵਾਲ ਗੋਡਿਆਂ ਦੀ ਲਮਕਦੇ ਰਹਿੰਦੇ ਸਨ। ਉਹ ਸੁੰਦਰ ਪੋਸ਼ਾਕ ਤੇ ਸਿੰਗਾਰ ਨਾਲ ਬਹੁਤ ਹੀ ਸੁੰਦਰ ਬਣ ਜਾਂਦੀ ਸੀ। ਕਹਾਣੀਕਾਰ ਨੇ ਉਸ ਦੇ ਚਰਿੱਤਰ ਰਾਹੀਂ ਇਸ ਕਹਾਣੀ ਦੇ ਵਿਸ਼ੇ ਅਤੇ ਉਦੇਸ਼ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਉਸ ਨੂੰ ਇੱਕ ਬੁੱਢੇ ਨਾਲ ਹੋਏ ਆਪਣੇ ਅਣਜੋੜ ਵਿਆਹ ਦਾ ਦੁਖਦਾਈ ਅਹਿਸਾਸ ਸੀ, ਜਿਸ ਕਰਕੇ ਉਸ ਦੀਆਂ ਅੱਖਾਂ ਵਿੱਚ ਅੱਥਰੂ ਵੀ ਆ ਜਾਂਦੇ ਸਨ। ਪਰੰਤੂ ਉਹ ਆਪਣੇ ਅਸੰਤੁਸ਼ਟ ਭਾਵਾਂ ਨੂੰ ਸੰਤੁਸ਼ਟ ਕਰਨ ਲਈ ਧਾਰਮਿਕ ਰਸਤਾ ਅਪਣਾਉਂਦੀ ਹੈ ਅਤੇ ਕਹਾਣੀਕਾਰ ਨੂੰ ਕ੍ਰਿਸ਼ਨ ਵਾਂਗ ਸਜਾ ਕੇ ਆਪ ਉਸ ਦੀ ਰਾਧਾ ਬਣ ਕੇ ਰਾਸਲੀਲਾ ਰਚਾਉਂਦੀ ਹੈ। ਉਸ ਦੇ ਇਸ ਕਾਰਜ ਵਿੱਚ ਕਾਮ ਤ੍ਰਿਪਤੀ ਨਹੀਂ ਸਗੋਂ ਸਰੀਰ ਰਾਹੀਂ ਰੂਹ ਤ੍ਰਿਪਤੀ ਸ਼ਾਮਿਲ ਰਹਿੰਦੀ ਸੀ। ਇਸੇ ਕਰਕੇ ਜਦੋਂ ਕ੍ਰਿਸ਼ਨ ਚੰਦਰ ਦੀ ਝਾਈ ਸਿਰ ਉੱਤੇ ਆ ਜਾਂਦੀ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ, ਡਰੋ ਨਾ ਮੇਰੇ ਕ੍ਰਿਸ਼ਨ, ਅਸੀਂ ਚੋਰੀ ਨਹੀਂ ਕੀਤੀ, ਪਾਪ ਨਹੀਂ ਕੀਤਾ। ਰਾਧਾ ਇੱਕ ਕਲਾਕਾਰ ਵੀ ਸੀ। ਉਸਦਾ ਕ੍ਰਿਸ਼ਨ ਚੰਦਰ ਨੂੰ ਕ੍ਰਿਸ਼ਨ ਦੇ ਰੂਪ ਵਿੱਚ ਸਜਾਉਣਾ, ਨਾਚ ਕਰਨਾ ਅਤੇ ਇਸ ਕਲਾ ਵਿੱਚ ਆਪਾ ਭੁੱਲ ਕੇ ਉਸ ਦੇ ਇੱਕ ਪ੍ਰਵੀਨ ਕਲਾਕਾਰ ਹੋਣ ਦੀ ਗਵਾਹੀ ਕਰਦਾ ਹੈ। ਚੁਸਤ ਤੇ ਹੁਸ਼ਿਆਰ ਬੇਸ਼ੱਕ ਉਹ ਰਾਸਲੀਲਾ ਰਚਾਉਂਦੀ ਹੋਈ ਆਪਾਂ ਭੁੱਲ ਜਾਂਦੀ ਸੀ, ਪਰ ਫਿਰ ਵੀ ਉਹ ਚੁਸਤੀ ਤੇ ਹੁਸ਼ਿਆਰੀ ਦਾ ਪੱਲਾ ਨਹੀਂ ਸੀ ਛੱਡਦੀ। ਉਹ ਬਾਹਰੋਂ ਬੂਹੇ ਦੇ ਖੜਕਣ ਦੀ ਆਵਾਜ਼ ਤੇ ਝਾਈ ਦੀ ਆਵਾਜ਼ ਆਉਣ ਉੱਤੇ ਬੜੀ ਚੁਸਤ ਤੇ ਹੁਸ਼ਿਆਰੀ ਦੇ ਮੌਕੇ ਦੀ ਸੰਭਾਲ ਦਾ ਯਤਨ ਕਰਦੀ ਸੀ। ਇੱਕ ਕੁੰਠੀ ਤੇ ਦੁਖੀ ਇਸਤਰੀ। ਉਸ ਦੇ ਮਾਪਿਆਂ ਨੇ ਪੈਸੇ ਲੈ ਕੇ ਉਸ ਦਾ ਵਿਆਹ ਇੱਕ ਬੁੱਢੇ ਨਾਲ ਕਰ ਦਿੱਤਾ ਸੀ, ਜਿਸ ਕਰਕੇ ਉਹ ਸੰਤੁਸ਼ਟ ਨਹੀਂ ਸੀ। ਕਹਾਣੀ ਵਿੱਚ ਅਸੀਂ ਉਹਦੀਆਂ ਅੱਖਾਂ ਵਿੱਚ ਅੱਥਰੂ ਭਰੇ ਹੋਏ ਵੀ ਦੇਖਦੇ ਹਾਂ। ਕਹਾਣੀ ਦੇ ਅੰਤ ਵਿੱਚ ਵੀ ਸ਼ਾਇਦ ਉਸ ਨੂੰ ਆਪਣੇ ਬੁੱਢੇ ਪਤੀ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੋਵੇ। ਇਸ ਪ੍ਰਕਾਰ ਉਹ ਇੱਕ ਕੁੰਠੀ ਤੇ ਦੁਖੀ ਇਸਤਰੀ ਸੀ। ਸਮੁੱਚੇ ਤੌਰ 'ਤੇ ਰਾਮ ਪਿਆਰੀ ਅਰਥਾਤ ਰਾਧਾ ਇਸ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਅੱਗੇ ਹੈਗਾ ਬੱਚਿਓ ਔਖੇ ਸ਼ਬਦਾਂ ਦੇ ਅਰਥ। ਪਰਖ, ਜਾਂਚ ਜਾਂ ਪੜਤਾਲ। ਪਿਛਲੀ ਪੈਰੀ ਦਾ ਅਰਥ ਹੈ ਜਾਂਦਿਆਂ ਹੀ ਮੁੜਨਾ। ਅਲਸਾਈਆਂ ਦਾ ਅਰਥ ਹੈ ਸੁਸਤ ਜਾਂ ਨੀਂਦ ਭਰਿਆ। ਬੈਵਿਲਤਾ ਦਾ ਅਰਥ ਹੈ ਬੇਚੈਨੀ। ਨਿਚਲੀ ਦਾ ਅਰਥ ਹੈ ਜੋ ਟਿਕੇ ਨਾ। ਖਲਿਆਰ ਦਾ ਅਰਥ ਹੈ ਖੜਾ। ਬਾਵਰਚੀ ਖਾਨਾ ਦਾ ਅਰਥ ਹੈ ਰਸੋਈ। ਫੁੱਟਪਾਥ ਦਾ ਅਰਥ ਹੈ ਸੜਕ ਦੇ ਨਾਲ ਪੈਦਲ ਚੱਲਣ ਵਾਲੀ ਲਈ ਬਣਿਆ। ਆਸਨ ਦਾ ਅਰਥ ਹੈ ਬੈਠਣ ਲਈ ਵਿਛਾ ਬਿਸਤਰ। ਹਾਜ਼ਰ ਦਾ ਅਰਥ ਹੈ ਮੌਜੂਦ ਜਾਂ ਉਪਸਥਿਤ। ਇਕਸੁਰਤਾ ਦਾ ਅਰਥ ਹੈ ਮਿਲਵੀ ਧੁਨ ਦਾ ਪੈਦਾ ਹੋਣਾ। ਗਲਵੱਕੜੀ ਦਾ ਅਰਥ ਹੈ ਗਲ ਵਿੱਚ ਬਾਹਾਂ ਪਾਉਣੀਆਂ। ਨੀਮ ਬੇਹੋਸ਼ੀ ਦਾ ਅਰਥ ਹੈ ਅੱਧ-ਬੇਹੋਸ਼ੀ। ਨਿਸਲ ਦਾ ਅਰਥ ਹੈ ਦੁੱਖ ਰਹਿਤ ਜਾਂ ਬੇਫਿਕਰ। ਨਿਗਰਾਨੀ ਦਾ ਅਰਥ ਹੈ ਦੇਖ ਰੇਖ। ਖੁਫੀਆ ਦਾ ਅਰਥ ਹੈ ਗੁਪਤ। ਤਾਂ ਅੱਜ ਦਾ ਆਪਣਾ ਚੈਪਟਰ ਇੱਥੇ ਹੀ ਖਤਮ ਹੁੰਦਾ ਹੈ। ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ। ਠੀਕ ਹੈ, ਕੋਈ ਧੱਕਾ ਤਾਂ ਹੈ ਨਹੀਂ, ਸਾਡਾ ਚੈਨਲ ਹੀ ਗਰੋਥ ਕਰ ਦਿਓ ਯਾਰੋ। ਧੰਨਵਾਦ। ਆਲ ਦੀ ਬੈਸਟ।